ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ IQ ਐਜੂਕੇਸ਼ਨ ਤੇ PS ਟੈਟ 1 ਤੇ PS ਟੈਟ 2 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਸਾਈਕੋਲੋਜੀ ਦੇ ਸਭ ਤੋਂ ਮਹੱਤਵਪੂਰਨ ਟੌਪਿਕ ਜੀਨ ਪਿਆਜ਼ੇ ਦੀ ਥਿਊਰੀ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਲੈ ਕੇ ਹਾਜ਼ਰ ਹਾਂ ਜੀ। ਤਾਂ ਸ਼ੁਰੂ ਕਰਦੇ ਹਾਂ ਜੀ ਪਹਿਲੇ ਪ੍ਰਸ਼ਨ ਤੋਂ। ਜੀਨ ਪਿਆਜ਼ੇ ਦਾ ਸਿਧਾਂਤ ਵਿਵਹਾਰ ਦੇ ਕਿਹੜੇ ਪੱਖ ਨਾਲ ਸੰਬੰਧਿਤ ਹੈ? ਤਾਂ ਇਹ ਹੈਗਾ ਗਿਆਨਾਤਮਕ ਪੱਖ ਨਾਲ ਸੰਬੰਧਿਤ। ਗਿਆਨਾਤਮਕ ਪੱਖ ਹੈ ਜਾਂ ਗਿਆਨਾਤਮਕ ਵਿਵਹਾਰ ਹੈ ਜਿਹੜਾ, ਇਹ ਬੱਚੇ ਦੀ ਬੌਧਿਕਤਾ, ਉਹਦੀ ਸਿੱਖਣ ਸਮਰੱਥਾਵਾਂ ਅਤੇ ਉਹਦੀਆਂ ਸਿੱਖਣ ਦੀਆਂ ਅਵਸਥਾਵਾਂ ਨੂੰ ਜਿਹੜਾ ਹੈਗਾ ਡਿਫਾਈਨ ਕਰਦਾ ਹੈ। ਅਗਲਾ ਕੁਐਸਚਨ ਹੈ ਜੀਨ ਪਿਆਜ਼ੇ ਸਿਧਾਂਤ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਜੀਨ ਪਿਆਜ਼ੇ ਦਾ ਸਿਧਾਂਤ ਹੈ ਜਿਹੜਾ ਉਹਨੂੰ ਸਟੇਜ ਸਿਧਾਂਤ ਵੀ ਕਿਹਾ ਜਾਂਦਾ ਹੈ, ਸੰਰਚਨਾਤਮਕ ਢਾਂਚੇ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ। ਅਗਲਾ ਕੁਐਸਚਨ ਹੈ ਜੀ ਜੀਨ ਪਿਆਜ਼ੇ ਕਿਸ ਦੇਸ਼ ਦਾ ਮਨੋਵਿਗਿਆਨਕ ਸੀ? ਤਾਂ ਇਹ ਸਵਿਟਜ਼ਰਲੈਂਡ ਦੇ ਮਨੋਵਿਗਿਆਨੀ ਸੀ। ਇਹਨਾਂ ਦਾ ਜਨਮ ਵੀ ਸਵਿਟਜ਼ਰਲੈਂਡ ਦੇ ਵਿੱਚ ਹੋਇਆ ਸੀ ਅਤੇ ਇਹਨਾਂ ਦੀ ਡੈਥ ਵੀ ਸਵਿਟਜ਼ਰਲੈਂਡ ਦੇ ਵਿੱਚ ਹੋਈ ਸੀ। ਨੈਕਸਟ ਕੁਐਸਚਨ ਹੈ ਫੋਰਥ ਕੁਐਸਚਨ, ਬੱਚੇ ਦੇ ਕਿਹੜੇ ਪੱਖ ਦਾ ਵਿਕਾਸ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਹੈ? ਤਾਂ ਪਿਆਜ਼ੇ ਦੇ ਅਨੁਸਾਰ ਬੱਚੇ ਦੇ ਕਿਹੜੇ ਪੱਖ ਦਾ ਵਿਕਾਸ ਹੈ ਜਿਹੜਾ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਜਾਂ ਕਰਨਾ ਚਾਹੀਦਾ? ਤਾਂ ਉਹ ਹੈਗਾ ਗਤੀਆਤਮਕ ਪੱਖ। ਨੈਕਸਟ ਹੈ ਜੀ ਪਿਆਜ਼ੇ ਦੀ ਸਿੱਖਣ ਦੇ ਸਿਧਾਂਤ। ਗਿਆਨਾਤਮਕ ਸਿਧਾਂਤ ਦੇ ਅਨੁਸਾਰ ਉਹ ਪ੍ਰਕਿਰਿਆ ਜਿਸ ਦੁਆਰਾ ਗਿਆਨਾਤਮਕ ਸੰਰਚਨਾ ਨੂੰ ਸੰਸ਼ੋਧਿਤ ਕੀਤਾ ਜਾਂਦਾ ਹੈ, ਭਾਵ ਕਿ ਅਸੀਂ ਜੋ ਵੀ ਸਾਡਾ ਪਹਿਲਾਂ ਵਾਲਾ ਸਕੈਮ ਹੈ ਜਾਂ ਜੋ ਵੀ ਸਾਡੀ ਪਹਿਲਾਂ ਤੋਂ ਗਿਆਨ ਹੈ ਉਹਨੂੰ ਅਸੀਂ ਚੇਂਜ ਕਰਦੇ ਹਾਂ, ਉਹਦੇ ਵਿੱਚ ਕੁਛ ਚੀਜ਼ਾਂ ਨਵੀਆਂ ਐਡ ਕਰਦੇ ਹਾਂ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ? ਤਾਂ ਉਸ ਚੀਜ਼ ਨੂੰ ਅਸੀਂ ਐਕੋਮੋਡੇਸ਼ਨ ਕਹਿੰਦੇ ਹਾਂ। ਐਕੋਮੋਡੇਸ਼ਨ, ਇਹਦੇ ਨਾਲ ਐਕੋਮੋਡੇਸ਼ਨ ਹੁੰਦਾ ਵੀ ਜਦੋਂ ਅਸੀਂ ਪਿਛਲੀ ਜਾਣਕਾਰੀ ਦੇ ਵਿੱਚ ਕੁਛ ਨਵੀਆਂ ਚੀਜ਼ਾਂ ਐਡ ਕਰੀਏ, ਸਾਨੂੰ ਕੁਛ ਬੱਚੇ ਨੂੰ ਕੁਛ ਨਵਾਂ ਸਿਖਾਇਆ ਜਾਵੇ, ਤਾਂ ਉਹਨੂੰ ਅਸੀਂ ਸੰਯੋਜਨ ਜਾਂ ਐਕੋਮੋਡੇਸ਼ਨ ਦੇ ਨਾਮ ਨਾਲ ਜਾਣਦੇ ਹਾਂ। ਅਗਲਾ ਕੁਐਸਚਨ ਹੈ ਜੀ ਘਟਨਾਵਾਂ ਅਤੇ ਵਸਤੂਆਂ ਦੇ ਬਾਰੇ ਵਿੱਚ ਬੱਚਾ ਤਾਰਕਿਕ ਰੂਪ ਵਿੱਚ ਸੋਚ ਸਕਦਾ ਹੈ, ਇਹ ਕਥਨ ਪਿਆਜ਼ੇ ਦੇ ਕਿਸ ਪੜਾਅ ਨਾਲ ਸੰਬੰਧਿਤ ਹੈ? ਘਟਨਾਵਾਂ ਯਾਨੀ ਕਿ ਜੋ ਵੀ ਉਹ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਆਇਆ ਜਾਂ ਕਿਸੇ ਜਗ੍ਹਾ ਦੀ ਆਪਾਂ ਨੂੰ ਐਗਜ਼ਾਮਪਲ ਦੇ ਕੇ ਸਮਝਾ ਰਹੇ ਹਾਂ ਕਿਸੇ ਵਸਤੂ ਬਾਰੇ, ਤਾਂ ਉਸ ਚੀਜ਼ ਨੂੰ ਉਹ ਆਪਦੀ ਕਲਪਨਾ ਸ਼ਕਤੀ ਦੇ ਨਾਲ, ਆਪਦੇ ਤਾਰਕਿਕ ਰੂਪ ਦੇ ਨਾਲ ਸੋਚਦਾ, ਉਹਨਾਂ ਬਾਰੇ ਤੱਥਾਂ ਦਾ ਅਧਿਐਨ ਕਰਦਾ। ਤਾਂ ਇਹ ਪਿਆਜ਼ੇ ਦੀ ਫੋਰਥ ਸਟੇਜ ਹੈ, ਫੋਰਮਲ ਆਪਰੇਸ਼ਨਲ ਸਟੇਜ, ਜਿੱਥੇ ਉਹ ਕਲਪਨਾ ਸ਼ਕਤੀ ਨੂੰ ਪੂਰਨ ਵਿਕਸਿਤ ਕਰਦਾ ਹੈ। ਅਗਲਾ ਕੁਐਸਚਨ ਹੈ ਪਿਆਜ਼ੇ ਅਨੁਸਾਰ ਵਿਕਾਸ ਦੀ ਪਹਿਲੀ ਅਵਸਥਾ ਵਿੱਚ ਬੱਚਾ ਸਭ ਤੋਂ ਬਿਹਤਰ ਸਿੱਖਦਾ ਹੈ। ਤਾਂ ਇਸ ਦੇ ਵਿੱਚ ਬੱਚਾ ਆਪਦੀਆਂ ਸੈਂਸਰੀਜ਼ ਦੇ ਦੁਆਰਾ ਸਿੱਖਦਾ ਹੈਗਾ, ਗਿਆਨ ਇੰਦਰੀਆਂ ਦੇ ਦੁਆਰਾ ਸਿੱਖਦਾ ਹੈਗਾ, ਜਿਵੇਂ ਕਿਸੇ ਚੀਜ਼ ਨੂੰ ਫੜ ਕੇ ਦੇਖਣਾ, ਛੂਹ ਕੇ ਦੇਖਣਾ, ਇਸ ਤਰ੍ਹਾਂ ਓਬਜ਼ਰਵ ਕਰਕੇ ਜਿਹੜਾ ਹੈਗਾ ਬੱਚਾ ਗਿਆਨ ਇੰਦਰੀਆਂ ਦੇ ਦੁਆਰਾ ਸਿੱਖਦਾ ਹੈਗਾ। ਇਮੀਟੇਸ਼ਨ ਦੇ ਰਾਹੀਂ, ਨਕਲ ਦੇ ਦੁਆਰਾ ਇਸ ਅਵਸਥਾ ਦੇ ਵਿੱਚ ਸਿੱਖਦਾ ਹੈਗਾ। ਇਹਦਾ ਟਾਈਮ ਪੀਰੀਅਡ ਹੈ 0 ਤੋਂ 2 ਸਾਲ। ਇਹਨੂੰ ਅਸੀਂ ਸੰਵੇਦੀ ਚਾਲਕ ਅਵਸਥਾ ਵੀ ਕਹਿੰਦੇ ਹਾਂ। ਅਗਲਾ ਕੁਐਸਚਨ ਹੈ ਭਾਸ਼ਾ ਵਿਕਾਸ ਦੇ ਸੰਦਰਭ ਵਿੱਚ ਕਿਹੜਾ ਖੇਤਰ ਪਿਆਜ਼ੇ ਦੁਆਰਾ ਘੱਟ ਆਂਕਿਆ ਗਿਆ ਹੈ? ਤਾਂ ਭਾਸ਼ਾ ਦੇ ਬਾਰੇ ਵਿੱਚ ਪਿਆਜ਼ੇ ਨੇ ਬਹੁਤ ਘੱਟ ਗੱਲ ਕੀਤੀ ਆ, ਤਾਂ ਉਹ ਹੈਗਾ ਸਮਾਜਿਕ ਅੰਤਰਕਿਰਿਆ ਦਾ ਖੇਤਰ, ਕਿਉਂਕਿ ਭਾਸ਼ਾ ਦਾ ਜਿਹੜਾ ਕੰਸੈਪਟ ਹੈ ਵੀ ਭਾਸ਼ਾ ਪਹਿਲਾਂ ਬੱਚਾ ਸਿੱਖਦਾ ਜਾਂ ਬਾਅਦ ਸਿੱਖਦਾ, ਜਾਂ ਭਾਸ਼ਾ ਕਿੰਨੇ ਸ਼ਬਦ ਡਿਵੈਲਪ ਕਰਦਾ ਬੱਚਾ, ਕਿਸ ਤਰ੍ਹਾਂ ਭਾਸ਼ਾ ਦੀਆਂ ਜਿਹੜੀਆਂ ਹੈਗੀਆਂ ਗੁੰਝਲਦਾਰ ਅਵਸਥਾਵਾਂ ਨੇ ਉਹਨਾਂ ਦੇ ਵਿੱਚੋਂ ਲੰਘਦਾ, ਇਹਨਾਂ ਚੀਜ਼ਾਂ ਬਾਰੇ ਪਿਆਜ਼ੇ ਨੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਇਹ ਸਾਰੀ ਜਿਹੜੀਆਂ ਗੱਲਾਂ ਨੇ, ਜਿਵੇਂ ਸਮਾਜਿਕ ਅੰਤਰਕਿਰਿਆ ਹੋ ਗਈ, ਸਮਾਜ ਤੋਂ ਸਿੱਖਣਾ ਹੋ ਗਿਆ, ਇਹ ਸਾਰਾ ਕੁਛ ਵਾਈਗੋਸਕੀ ਨੇ ਆਪਣੇ ਸਿਧਾਂਤ ਦੇ ਵਿੱਚ ਪੇਸ਼ ਕੀਤਾ, ਪਰ ਪਿਆਜ਼ੇ ਨੇ ਇਸ ਚੀਜ਼ ਦੇ ਵੱਲ ਨੂੰ ਅਣਗੌਲਿਆ ਕੀਤਾ। ਅੱਗੇ ਹੈਗਾ ਛੁਪੀ ਹੋਈ ਵਸਤੂ ਨੂੰ ਲੱਭ ਲੈਣਾ ਕਿਸ ਗੱਲ ਦਾ ਸੰਕੇਤ ਹੈ? ਬੱਚਾ ਕਿਸ ਗਿਆਨਾਤਮਕ ਕੰਮ ਵਿੱਚ ਦ੍ਰਿੜਤਾ ਪ੍ਰਾਪਤ ਕਰਨ ਲੱਗਿਆ? ਤਾਂ ਇਹਨੂੰ ਅਸੀਂ ਆਬਜੈਕਟ ਪਰਮਾਨੈਂਸ ਜਾਂ ਵਸਤੂ ਦਾ ਸਥਾਈਪੁਣਾ ਕਹਿੰਦੇ ਹਾਂ, ਜਿਹੜੀ ਕਿ 8 ਮਹੀਨੇ ਦੀ ਏਜ ਦੇ ਵਿੱਚ ਥੋੜ੍ਹੀ ਜਿਹੀ ਸ਼ੁਰੂ ਹੋਣ ਲੱਗ ਜਾਂਦੀ ਹੈ, ਵੀ ਬੱਚੇ ਨੂੰ ਉਹਨਾਂ ਚੀਜ਼ਾਂ ਬਾਰੇ ਗਿਆਨ ਹੋਣ ਲੱਗ ਜਾਂਦਾ ਵੀ ਹਾਂ ਇਹ ਵਸਤੂਆਂ ਹੈਗੀਆਂ, ਉਹ ਛੂਹ ਕੇ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦਾ, ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਦੀ ਕੋਸ਼ਿਸ਼ ਕਰਦਾ ਕਿਸੇ ਵੀ ਵਸਤੂ ਨੂੰ ਲੈ ਕੇ। ਪਰ 2 ਸਾਲ ਤੱਕ ਇਹ ਚੀਜ਼ ਹੈ ਜਿਹੜੀ ਪੂਰਨ ਵਿਕਸਿਤ ਹੋ ਜਾਂਦੀ ਹੈ, ਵੀ ਅਸੀਂ ਕੋਈ ਚੀਜ਼ ਲੁਕੋ ਲਈਏ ਬੱਚੇ ਤੋਂ ਤਾਂ ਉਹਨੂੰ ਉਸ ਚੀਜ਼ ਦਾ ਪੂਰਨ ਗਿਆਨ ਹੁੰਦਾ ਵੀ ਇਹ ਚੀਜ਼ ਗਾਇਬ ਨਹੀਂ ਹੋਈ ਜਾਂ ਇਹ ਖਤਮ ਨਹੀਂ ਹੋਈ, ਇਹ ਲੁਕੀ ਹੋਈ ਹੈ, ਅਤੇ ਉਹ ਉਹਨੂੰ ਲੱਭ ਕੇ ਹਟਦਾ ਅੰਤ ਦੇ ਵਿੱਚ। ਤਾਂ ਇਹਨੂੰ ਅਸੀਂ ਵਸਤੂ ਦਾ ਸਥਾਈਪੁਣਾ ਕਹਿੰਦੇ ਹਾਂ। ਅਗਲਾ ਕੁਐਸਚਨ ਹੈ ਜੀ 10ਵਾਂ ਕੁਐਸਚਨ, ਪਿਆਜ਼ੇ ਦੇ ਅਨੁਸਾਰ ਬੱਚੇ ਦਾ ਚਿੰਤਨ ਬਾਲਗਾਂ ਤੋਂ ਡੈਸ਼ ਵਿੱਚ ਭਿੰਨ ਹੁੰਦਾ ਹੈ ਬਜਾਏ ਡੈਸ਼ ਦੇ।
ਤਾਂ ਉਹ ਪ੍ਰਕਾਰ ਅਤੇ ਮਾਤਰਾ ਦੇ ਵਿੱਚ ਭਿੰਨ ਹੁੰਦਾ ਹੈਗਾ, ਕਿਉਂਕਿ ਬਾਲਗ ਹੈ ਜਿਹੜੇ ਉਹ ਉਹਨਾਂ ਦੀ ਸਿੱਖਣ ਦੀ ਪ੍ਰਕਾਰ, ਕਿਸਮ, ਢੰਗ, ਤਰੀਕੇ ਅਲੱਗ-ਅਲੱਗ ਹੁੰਦੇ ਆ। ਉਹ ਛੋਟੇ ਬੱਚਿਆਂ ਤੋਂ ਜ਼ਿਆਦਾ ਵੀ ਸਿੱਖ ਸਕਦੇ ਆ ਅਤੇ ਘੱਟ ਵੀ ਸਿੱਖ ਸਕਦੇ ਨੇਗੇ, ਕਿਉਂਕਿ ਜਦੋਂ ਆਪਾਂ ਵਿਕਾਸ ਅਤੇ ਡਿਵੈਲਪਮੈਂਟ ਦਾ ਵਿਕਾਸ ਅਤੇ ਵਾਧੇ ਦਾ ਟੋਪਿਕ ਕਰਦੇ ਹਾਂ ਤਾਂ ਉਹਦੇ ਵਿੱਚ ਆਪਾਂ ਦੇਖਦੇ ਹਾਂ ਨਾ ਵੀ ਛੋਟੇ ਬੱਚਿਆਂ ਦੀ ਸਿੱਖਣ ਦੀ ਗਤੀ ਜ਼ਿਆਦਾ ਹੁੰਦੀ ਹੈ ਬਜਾਏ ਕਿ ਬਾਲਗਾਂ ਦੇ। ਤਾਂ ਇਹ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦਾ ਪ੍ਰਕਾਰ ਅਤੇ ਮਾਤਰਾ ਜਿਹੜੀ ਉਹ ਭਿੰਨ ਭਿੰਨ ਹੁੰਦੀ ਹੈ। ਨੈਕਸਟ ਕੁਐਸਚਨ ਹੈ, ਵਿਚਾਰ ਨਾ ਕੇਵਲ ਭਾਸ਼ਾ ਨੂੰ ਨਿਰਧਾਰਿਤ ਕਰਦੇ ਹਨ ਬਲਕਿ ਉਸਨੂੰ ਅੱਗੇ ਵੀ ਵਧਾਉਂਦੇ ਹਨ। ਕਥਨ ਕਿਸ ਦਾ ਹੈ? ਪਿਆਜ਼ੇ ਦਾ ਹੈਗਾ, ਕਿਉਂਕਿ ਇਹਨਾਂ ਨੇ ਆਪਦੀ ਪਹਿਲੀ ਸਟੇਜ ਦੇ ਵਿੱਚ ਕਿਹਾ ਕਿ ਉਸ ਟਾਈਮ ਬੱਚਾ ਜਿਹੜਾ ਹੈਗਾ ਲਗਭਗ 100 ਸ਼ਬਦਾਂ ਦੇ ਬਾਰੇ ਜਾਣਦਾ ਹੁੰਦਾ। ਹਾਂ, ਉਹਨੂੰ ਬੋਲਣੇ ਨਹੀਂ ਆਉਂਦੇ ਹੁੰਦੇ ਪਰ ਉਹਨੂੰ ਇੰਨੇ ਸ਼ਬਦਾਂ ਦਾ ਗਿਆਨ ਹੁੰਦਾ। ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕਿਹਾ ਵੀ ਭਾਸ਼ਾ ਜਿਹੜੀ ਹੈਗੀ ਆ ਉਹ ਬਾਅਦ 'ਚ ਆਉਂਦੀ ਹੈ ਅਤੇ ਪਹਿਲਾਂ ਵਿਚਾਰ ਆਉਂਦਾ। ਜੇ ਵਿਅਕਤੀ ਵਿਚਾਰ, ਕਿਸੇ ਤਰ੍ਹਾਂ ਦਾ ਕੋਈ ਵੀ ਵਿਚਾਰ ਹੈ ਜਿਹੜਾ ਉਹ ਪ੍ਰਾਪਤ ਕਰਦਾ ਤਾਂ ਫਿਰ ਉਹਦੇ ਨਾਲ ਕੀ ਹੈ ਵੀ ਉਹਨੂੰ ਭਾਸ਼ਾ ਦਾ ਗਿਆਨ ਹੋਣ ਲੱਗ ਜਾਂਦਾ। ਵੀ ਪਹਿਲਾਂ ਉਹਦੀ ਸਮਝ, ਪਹਿਲਾਂ ਉਹਦਾ ਜਿਹੜਾ ਬੌਧਿਕ ਲੈਵਲ ਹੈ, ਗਿਆਨਾਤਮਕ ਲੈਵਲ ਹੈ, ਉਹ ਡਿਵੈਲਪ ਹੁੰਦਾ, ਫਿਰ ਭਾਸ਼ਾ ਹੁੰਦੀ ਆ। ਅਗਲਾ ਕੁਐਸਚਨ ਹੈ, ਜੀਨ ਪਿਆਜ਼ੇ ਅਨੁਸਾਰ ਸਿੱਖਣ ਲਈ ਹੇਠ ਲਿਖਿਆਂ ਵਿੱਚੋਂ ਕੀ ਜ਼ਰੂਰੀ ਹੈ? ਤਾਂ ਇਹਦੇ ਵਿੱਚ ਵਿਦਿਆਰਥੀਆਂ ਦੁਆਰਾ ਵਾਤਾਵਰਨ ਦੀ ਕਿਰਿਆ ਖੋਜ ਜ਼ਰੂਰੀ ਹੈ। ਮਤਲਬ ਇਸ ਤਰ੍ਹਾਂ ਦਾ ਇਨਵਾਇਰਮੈਂਟ ਹੋਣਾ ਚਾਹੀਦਾ, ਪੋਜ਼ੀਟਿਵ ਇਨਵਾਇਰਮੈਂਟ, ਜਿਹਦੇ ਵਿੱਚ ਬੱਚਾ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਸਿੱਖ ਸਕੇ। ਅਤੇ ਉਹ ਇਨਵਾਇਰਮੈਂਟ ਉਹਦੇ ਹਾਵ ਭਾਵ, ਉਹਦੀ ਬੌਧਿਕਤਾ, ਉਹਦੇ ਲੈਵਲ, ਜਿਹੜੇ ਉਹਦੇ 4 ਸਟੇਜਸ ਆ ਉਹਨਾਂ ਦੇ ਅਕੋਰਡਿੰਗ ਹੋਣਾ ਚਾਹੀਦਾ। ਕਿਉਂਕਿ ਇਹਨਾਂ ਨੇ ਕਿਹਾ ਵੀ ਬੱਚਾ ਜਿਹੜਾ ਹੈਗਾ ਪਹਿਲਾਂ ਇਹ ਕਹਿੰਦੇ ਆ ਵੀ ਬੱਚੇ ਦੇ ਵਿੱਚ ਸਾਰੀਆਂ ਸਟੇਜਸ ਆਉਂਦੀਆਂ ਹੀ ਆਉਂਦੀਆਂ। ਫਿਰ ਪਿਆਜ਼ੇ ਕਹਿੰਦਾ ਵੀ ਇਹ ਸਟੇਜ ਅੱਗੇ ਪਿੱਛੇ ਹੋ ਸਕਦੀਆਂ ਕਿਉਂਕਿ ਹਰ ਬੱਚੇ ਦਾ ਲੈਵਲ ਅਲੱਗ ਹੁੰਦਾ, ਹਰ ਬੱਚੇ ਦਾ ਵਾਤਾਵਰਨ ਅਲੱਗ ਹੁੰਦਾ ਸਿੱਖਣ ਦਾ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਦੁਆਰਾ ਵਾਤਾਵਰਨ ਦੀ ਕਿਰਿਆ ਖੋਜ ਹੈ ਜਿਹੜੀ ਉਹ ਸਿੱਖਣ ਦੇ ਲਈ ਨੂੰ ਪ੍ਰਭਾਵਿਤ ਵੀ ਕਰਦੀ ਹੈ ਅਤੇ ਸਿੱਖਣ ਦੇ ਲਈ ਸਹੀ ਤੱਥ ਵੀ ਹੈ। ਨੈਕਸਟ ਕੁਐਸਚਨ ਹੈ, ਜੀਨ ਪਿਆਜ਼ੇ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਤਾਂ ਇਹ 1896 ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਹੋਇਆ ਸੀ ਅਤੇ ਇਹਨਾਂ ਦੀ ਮੌਤ ਹੈ ਜਿਹੜੀ ਉਹ ਵੀ ਸਵਿਟਜ਼ਰਲੈਂਡ ਦੇ ਜਨੇਵਾ ਦੇ ਵਿੱਚ ਹੋਈ ਸੀ। ਨੈਕਸਟ ਕੁਐਸਚਨ, ਇੱਥੇ ਪਿਆਜ਼ੇ ਆ, ਪਿਆਜ਼ੇ ਕਿਸ ਦੇਸ਼ ਦਾ ਮਨੋਵਿਗਿਆਨੀ ਸੀ? ਸਵਿਟਜ਼ਰਲੈਂਡ ਦਾ। ਨੈਕਸਟ ਕੁਐਸਚਨ ਹੈ, ਜੀਨ ਪਿਆਜ਼ੇ ਦੇ ਅਨੁਸਾਰ ਗਿਆਨਾਤਮਿਕ ਵਿਕਾਸ ਦੇ ਕਿੰਨੇ ਪੜਾਅ ਹੁੰਦੇ ਆ? ਤਾਂ ਇਹਦੀਆਂ 4 ਅਵਸਥਾਵਾਂ ਹੁੰਦੀਆਂ ਨੇਗੀਆਂ। ਪਿਆਜ਼ੇ ਨੇ ਬੱਚੇ ਦੇ ਗਿਆਨਾਤਮਕ ਵਿਕਾਸ ਨੂੰ 4 ਸਟੇਜਾਂ ਦੇ ਵਿੱਚ ਵੰਡਿਆ। ਅਗਲਾ ਕੁਐਸਚਨ, ਪਿਆਜ਼ੇ ਬੱਚੇ ਦੀ ਸਿੱਖਿਆ ਨੂੰ ਉਸਦੇ ਗਿਆਨਾਤਮਕ ਢਾਂਚੇ ਦੇ ਕੰਮ ਕਰਨ ਦੇ ਪੱਧਰ ਅਨੁਸਾਰ ਢਾਲਣ ਦਾ ਸਮਰਥਕ ਹੈ। ਇਸ ਸੰਕਲਪ ਨੂੰ ਕੀ ਕਹਿੰਦੇ ਨੇ? ਹੁਣ ਇਹਦੇ ਵਿੱਚ ਜਮਾ ਮਤਲਬ ਲਾਈਨ ਹੈ ਜਿਹੜੀ ਉਹੀ ਪੂਰੀ ਸਪਸ਼ਟ ਕਰਦੀ ਹੈ ਵੀ ਇਸ ਲਾਈਨ ਦੇ ਵਿੱਚ ਗੱਲ ਕੀ ਕੀਤੀ ਗਈ ਹੈ। ਪਿਆਜ਼ੇ ਬੱਚੇ ਦੀ ਸਿੱਖਿਆ ਨੂੰ ਉਸਦੇ ਗਿਆਨਾਤਮਕ ਢਾਂਚੇ ਦੇ ਕੰਮ ਕਰਨ ਦੇ ਪੱਧਰ ਅਨੁਸਾਰ, ਮਤਲਬ ਜਿੰਨੇ ਬੱਚੇ ਦੀ ਬੌਧਿਕਤਾ ਉਹਦੇ ਅਕੋਰਡਿੰਗ ਹੋਵੇ, ਤਾਂ ਇਹਨੂੰ ਅਸੀਂ ਚਾਈਲਡ ਸੈਂਟਰਡ ਐਜੂਕੇਸ਼ਨ ਕਹਿੰਦੇ ਹਾਂ, ਵਿਦਿਆਰਥੀ ਕੇਂਦਰਿਤ ਸਿੱਖਿਆ। ਅਤੇ ਪਿਆਜ਼ੇ ਹੈ ਜਿਹੜਾ ਉਹ ਵਿਦਿਆਰਥੀ ਕੇਂਦਰਿਤ ਸਿੱਖਿਆ ਨੂੰ ਸਮਰਥਨ ਕਰਦਾ ਹੈਗਾ। ਅਗਲਾ ਹੈ, ਪਿਆਜ਼ੇ ਨੇ ਪੂਰਵ ਧਾਰਨਾ ਰੱਖੀ ਕਿ ਮਨੁੱਖ ਸਰੀਰ ਦੇ ਅੰਗਾਂ ਦੀ ਤਰ੍ਹਾਂ ਮਨੁੱਖ ਦੇ ਮਨ ਦੇ ਡੈਸ਼ ਪੱਖ ਹਨ। ਤਾਂ ਮਨੁੱਖ ਦੇ ਮਨ ਦੇ 2 ਪੱਖ ਹੈ, ਇੱਕ ਵਿਵਹਾਰਕ ਪੱਖ ਹੈਗਾ, ਵਿਵਹਾਰਕ ਪੱਖ ਹੁੰਦਾ ਜਿਹਦੇ ਵਿੱਚ ਮਤਲਬ ਬੱਚਾ ਵੀ ਬਿਹੇਵੀਅਰ ਦੇ ਨਾਲ ਸਿੱਖਦਾ, ਆਪਦੇ ਜਿਹੜੇ ਹੈਗੇ ਆ ਉਹਦੇ ਜੋ ਹਾਵ ਭਾਵ ਨੇ ਜਾਂ ਜੋ ਵੀ ਉਹਦੀ ਸਮਝ ਦੇ ਅਕੋਰਡਿੰਗ ਉਹਦੇ ਮਨ 'ਚ ਗੱਲ ਆਉਂਦੀ ਹੈ ਤਾਂ ਉਹਦੇ ਬਿਹੇਵੀਅਰ ਦੇ ਨਾਲ ਸਿੱਖਦਾ। ਇੱਕ ਹੈਗਾ ਗਾ ਗਿਆਨਾਤਮਕ ਪੱਖ। ਗਿਆਨਾਤਮਕ ਪੱਖ ਦੇ ਵਿੱਚ ਉਹ ਆਪਦੇ ਬਿਹੇਵੀਅਰ, ਆਪਦੀਆਂ ਕਿਰਿਆਵਾਂ ਨੂੰ ਅਤੇ ਆਪਦੇ ਜਿੰਨਾ ਵੀ ਆਪਦਾ ਸਕੈਮ ਹੈ ਉਹਨੂੰ ਨਾਲ ਲਾ ਕੇ ਸਿੱਖਦਾ। ਤਾਂ ਇਹ 2 ਪੱਖ ਦੱਸੇ ਨੇ। ਅਗਲਾ ਕੁਐਸਚਨ ਹੈ, ਪੂਰਵ ਕਾਰਜਾਤਮਕ ਅਵਸਥਾ ਜਾਂ ਪੂਰਵ ਕਿਰਿਆ ਪ੍ਰਣਾਲੀ ਦੀ ਅਵਸਥਾ ਹੈ। ਤਾਂ ਜਿਹੜੀ ਪ੍ਰੀ ਆਪਰੇਸ਼ਨਲ ਸਟੇਜ ਹੈਗੀ ਪਿਆਜ਼ੇ ਦੀ, ਉਹ 2 ਤੋਂ 7 ਸਾਲ ਦੀ ਹੈ, ਸੰਵੇਦੀ ਮੋਟਰ ਤੋਂ ਬਾਅਦ ਦੀ, ਜਿਹਦੇ ਵਿੱਚ ਬੱਚਾ ਜੋੜ ਘਟਾਓ, ਛੋਟੀ ਛੋਟੀ ਪ੍ਰਕਿਰਿਆਵਾਂ ਸਿੱਖਦਾ ਗਾ। ਜਿਵੇਂ ਆਪਾਂ ਕਹਿ ਸਕਦੇ ਹਾਂਗੇ ਵੀ ਅਨੁਕਰਨ ਦੇ ਰਾਹੀਂ ਇਸ ਸਟੇਜ ਦੇ ਵਿੱਚ ਬੱਚਾ ਸਿੱਖਦਾ। ਉਹਨੂੰ ਏ ਤੋਂ ਬੀ ਉਹ ਜਾ ਸਕਦਾ ਪਰ ਬੀ ਤੋਂ ਏ ਨਹੀਂ ਆ ਸਕਦਾ। ਉਹਦੇ ਵਿੱਚ ਇਸ ਤਰ੍ਹਾਂ ਦੇ ਕਨਸੈਪਟ ਹੈ ਜਿਹੜੇ ਉਹ ਹਾਲੇ ਤੱਕ ਡਿਵੈਲਪ ਨਹੀਂ ਹੋਏ ਹੁੰਦੇ। ਇਸ ਤੋਂ ਇਲਾਵਾ 1 ਤੋਂ 10 ਤੱਕ ਗਿਣਤੀ, ਇਹ ਥੋੜ੍ਹੀ ਥੋੜ੍ਹੀ ਚੀਜ਼ਾਂ ਜਿਹੜੀਆਂ ਹੈਗੀਆਂ ਬੱਚੇ ਦੇ ਵਿੱਚ ਹੁੰਦੀਆਂ ਨੇ। ਨੈਕਸਟ ਕੁਐਸਚਨ ਹੈ, ਪਿਆਜ਼ੇ ਦੇ ਅਨੁਸਾਰ ਕਿਸ ਉਮਰ ਵਿੱਚ ਬੱਚੇ ਬਾਹਰੀ ਚੀਜ਼ਾਂ ਪ੍ਰਤੀ ਪ੍ਰਤੀਕਿਰਿਆ ਕਰਨ ਦੇ ਯੋਗ ਹੋ ਜਾਂਦੇ ਨੇ? ਤਾਂ 7 ਤੋਂ 8 ਮਹੀਨੇ ਦੀ ਏਜ ਦੇ ਵਿੱਚ ਬੱਚੇ ਆ ਜਿਹੜੇ, ਵੈਸੇ ਤਾਂ ਪਿਆਜ਼ੇ ਨੇ 8 ਮਹੀਨੇ ਹੀ ਕਿਹਾ ਡਾਇਰੈਕਟ, ਪਰ ਇਸ ਏਜ ਦੇ ਵਿੱਚ ਆਪਾਂ ਆਮ ਦੇਖਦੇ ਹਾਂ ਬੱਚਿਆਂ ਨੂੰ
ਵੀ ਉਹਨਾਂ ਦੇ ਵਿੱਚ ਕਿਸੇ ਵੀ ਚੀਜ਼ ਨੂੰ ਦੇਖ ਕੇ ਪ੍ਰਤੀਕਿਰਿਆ ਕਰਨ ਦੀ ਜਿਹੜੀ ਹੈਗੀ ਯੋਗਤਾ ਉਹ ਆ ਜਾਂਦੀ ਹੈ, ਨਿਪੁੰਨ ਹੋ ਜਾਂਦੇ ਉਹ ਇਸ ਚੀਜ਼ ਦੇ ਵਿੱਚ। ਤੁਸੀਂ ਸਾਹਮਣੇ ਬੱਚੇ ਦੇ ਕੋਈ ਚੀਜ਼ ਰੱਖ ਦਿਓ ਲਿਆ ਕੇ ਤਾਂ ਉਹਦੇ ਵੱਲ ਅਟਰੈਕਟ ਹੋ ਜਾਓ, ਉਹਨੇ ਆਪਦਾ ਖਿਡੌਣਾ ਛੱਡ ਦੇਣਾ, ਉਹਨੂੰ ਦੇਖ ਲੈਣਾ ਵੀ ਉਹ ਕੀ ਚੀਜ਼ ਹੈ। ਤੁਸੀਂ ਕੁਝ ਖਾ ਰਹੇ ਹੋ, ਕੁਝ ਲੈ ਕੇ ਆਏ ਹੋ, ਉਹਨਾਂ ਚੀਜ਼ਾਂ ਵੱਲ ਬੱਚਾ ਛੇਤੀ ਜਿਹੜਾ ਹੈਗਾ ਧਿਆਨ ਕੇਂਦਰਿਤ ਕਰਦਾ ਆਪਦਾ। ਤਾਂ ਅਸੀਂ ਕਹਿ ਸਕਦੇ ਹਾਂ ਵੀ 8 ਮਹੀਨੇ ਦੀ ਏਜ ਦੇ ਵਿੱਚ ਬੱਚਾ ਜਿਹੜਾ ਹੈਗਾ ਬਾਹਰੀ ਚੀਜ਼ਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਰਿਐਕਸ਼ਨ ਦੇਣ ਦੇ ਯੋਗ ਹੋ ਜਾਂਦਾ। ਅਗਲਾ ਕੁਐਸਚਨ ਹੈ, ਸੰਵੇਦੀ ਚਾਲਕ ਜਾਂ ਸੰਵੇਦਨਸ਼ੀਲ ਇੰਦਰੀਜਨਕ ਗਾਮਕ ਅਵਸਥਾ ਕਿਹੜੀ ਹੈ? ਤਾਂ ਜਿਹੜੀ ਸੰਵੇਦੀ ਸੈਂਸਰੀ ਮੋਟਰ ਜਿੱਥੇ ਬੱਚਾ ਗਿਆਨ ਇੰਦਰੀਆਂ ਦੇ ਰਾਹੀਂ ਸਿੱਖਦਾ ਤਾਂ ਇਹ 0 ਤੋਂ 2 ਸਾਲ ਦੀ ਹੁੰਦੀ ਹੈ, ਜਿਹਦੇ ਵਿੱਚ ਬੱਚਾ ਗਿਆਨ ਇੰਦਰੀਆਂ ਰਾਹੀਂ, ਨਕਲ ਰਾਹੀਂ ਕਿਸ ਚੀਜ਼ ਨੂੰ ਫੜ ਕੇ, ਦੇਖ ਕੇ, ਮੂੰਹ 'ਚ ਪਾ ਕੇ, ਆਪਾਂ ਦੇਖਦੇ ਹਾਂ ਬੱਚੇ ਨੂੰ, ਆਪਾਂ ਕੋਈ ਵੀ ਚੀਜ਼ ਫੜਾਉਂਦੇ ਹਾਂ, ਬੱਚਾ ਪਹਿਲਾਂ ਕੀ ਹੈ ਆਪਦੇ ਮੂੰਹ ਦੇ ਵਿੱਚ ਪਾਉਂਦਾ ਉਹਨੂੰ, ਕੋਈ ਖਿਡੌਣਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਹੈ ਤਾਂ ਉਹ ਬੱਚਾ ਇਹਨਾਂ ਚੀਜ਼ਾਂ ਰਾਹੀਂ ਸਿੱਖਦਾ, ਆਪਦੀਆਂ ਗਿਆਨ ਇੰਦਰੀਆਂ ਦੇ ਰਾਹੀਂ ਸਿੱਖਦਾ। ਤਾਂ ਉਹ 0 ਤੋਂ 2 ਸਾਲ ਦਾ ਟਾਈਮ ਪੀਰੀਅਡ ਹੈ। ਨੈਕਸਟ ਕੁਐਸਚਨ ਹੈ, ਡੈਸ਼ ਨਿਰਮਾਣਵਾਦੀ ਢਾਂਚੇ ਦਾ ਸਿਰਜਕ ਹੈ? ਤਾਂ ਜੀਨ ਪਿਆਜ਼ੇ ਹੈ, ਜਿਨ੍ਹਾਂ ਨੇ ਕੰਸਟਰਕਟਿਵ ਪਹੁੰਚ ਦੀ ਵਰਤੋਂ ਕੀਤੀ ਹੈ ਆਪਣੇ ਬੌਧਿਕ ਵਿਕਾਸ ਦੇ ਢਾਂਚੇ ਦੇ ਵਿੱਚ, ਬੌਧਿਕ ਵਿਕਾਸ ਦੇ ਸਿਧਾਂਤ ਦੇ ਵਿੱਚ ਸਾਰੇ। ਨੈਕਸਟ ਕੁਐਸਚਨ, ਪਿਆਜ਼ੇ ਅਨੁਸਾਰ ਕਿਸ ਅਵਸਥਾ ਵਿੱਚ ਬੱਚੇ ਸਧਾਰਨ ਮਾਨਸਿਕ ਕਿਰਿਆਵਾਂ, ਜੋੜ ਘਟਾਓ, ਗੁਣਾ ਭਾਗ ਆਦਿ ਤੋਂ ਜਾਣੂ ਹੋ ਜਾਂਦੇ ਹਨ ਪਰ ਇਸ ਨਿਯਮਾਂ ਦੀ ਸਮਝ ਨਹੀਂ ਹੁੰਦੀ? ਉਹਨਾਂ ਨੂੰ ਜੋੜ ਘਟਾਓ, ਗੁਣਾ ਵਗੈਰਾ ਚੀਜ਼ਾਂ ਕਰਨੀਆਂ ਆਉਂਦੀਆਂ ਹੁੰਦੀਆਂ ਨੇ, ਪਰ ਜੇ ਆਪਾਂ ਕਹੀਏ ਜਿਵੇਂ ਹੁਣ ਮੈਂ ਪਿੱਛੇ ਦੱਸ ਕੇ ਹਟੀ ਹਾਂ ਵੀ ਉਹਨਾਂ ਨੂੰ 1 ਤੋਂ 10 ਤੱਕ ਗਿਣਤੀ ਆਊ ਪਰ ਉਹ 10 ਤੋਂ 1 ਨਹੀਂ ਆ ਸਕਦੇ, ਤਾਂ ਇਹਨਾਂ ਚੀਜ਼ਾਂ ਦੀ ਉਹਨਾਂ ਨੂੰ ਸਮਝ ਨਹੀਂ ਹੁੰਦੀ, ਜਾਣੂ ਹੁੰਦੇ ਉਹਨਾਂ ਨੂੰ ਕੋਈ ਸੈਂਸ ਨਹੀਂ ਹੁੰਦੀ ਵੀ ਅਸੀਂ ਇਹ ਜੋੜ ਹੈ ਜਿਹੜਾ ਉਹ ਕਿਸ ਤਰ੍ਹਾਂ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ, ਇਹਨਾਂ ਚੀਜ਼ਾਂ ਬਾਰੇ ਨਹੀਂ, ਕੋਈ ਲੌਜਿਕ ਨਹੀਂ ਪਤਾ ਹੁੰਦਾ, ਕੋਈ ਤਾਰਕਿਕ ਜਿਹੜੀ ਸੋਚ ਆ ਉਹਨਾਂ ਦੀ ਡਿਵੈਲਪ ਨਹੀਂ ਹੋਈ ਹੁੰਦੀ। ਤਾਂ ਉਹ ਪ੍ਰੀ ਓਪਰੇਸ਼ਨਲ ਸਟੇਜ ਹੈ ਜਿਹੜੀ 2 ਤੋਂ 7 ਸਾਲ ਦੀ ਹੁੰਦੀ ਹੈ। ਤਾਂ ਇਹ ਸੀ ਜੀ ਸਾਡੇ ਜੀਨ ਪਿਆਜ਼ੇ ਦੀ ਥਿਊਰੀ ਦੇ ਕੁਝ ਮਹੱਤਵਪੂਰਨ ਪ੍ਰਸ਼ਨ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਸਬਸਕ੍ਰਾਈਬ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਧੰਨਵਾਦ।